कोविड-19 ਦੀ ਇਸ ਮਹਾਮਾਰੀ ਦੀ ਗੱਲ ਕਰੀਏ ਤੇ ਇਸ ਮਹਾਮਾਰੀ ਦੇ ਦੌਰਾਨ ਜਿਹੜੇ ਵੀ ਮਰੀਜ਼ ਆ ਉਹਨਾਂ ਨੂੰ ਬਚਾਉਣ ਲਈ ਪਲਾਜ਼ਮਾ ਥੈਰੇਪੀ ਜਿਹੜੀ ਹੈ ਉਹ ਦੱਸੀ ਜਾਂਦੀ ਹੈ ਕਿ ਇੱਕ ਉਪਯੁਕਤ ਇਲਾਜ ਹੈ। ਲੇਕਿਨ ਵੱਡੀ ਪਰੇਸ਼ਾਨੀ ਹੈ ਕਿ ਪਲਾਜ਼ਮਾ ਨਹੀਂ ਮਿਲਦਾ ਔਰ ਪਲਾਜ਼ਮਾ ਵੀ ਉਸ ਦਾ ਜਿਸ ਨੂੰ ਪਹਿਲਾਂ ਕੋਵਿਡ ਹੋ ਚੁੱਕਿਆ ਹੋਏ, ਕੋਵਿਡ ਤੋਂ ਬਾਅਦ ਰਿਕਵਰ ਹੋ ਚੁੱਕਿਆ ਹੋਏ ਔਰ ਰਿਕਵਰ ਤੋਂ ਬਾਅਦ ਐਂਟੀਬੋਡੀ ਤਿਆਰ ਹੋ ਚੁੱਕੀ ਹੋਏ ਤਾਂ ਉਹ ਪਲਾਜ਼ਮਾ ਡੋਨੇਟ ਕਰ ਸਕਦਾ ਹੈ। ਤੇ ਜਦੋਂ ਡੋਨਰ ਨਹੀਂ ਮਿਲਦੇ ਤਾਂ ਵੱਡੀ ਪਰੇਸ਼ਾਨੀ ਵੇਖਣ ਨੂੰ ਮਿਲਦੀ ਹੈ ਔਰ ਇਸੇ ਪਰੇਸ਼ਾਨੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਯੂਥ ਵਿੰਗ ਹੈ ਉਹ ਹੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹਨਾਂ ਨੇ ਇੱਕ ਪਲਾਜ਼ਮਾ ਡੋਨਰ ਬੈਂਕ ਜਿਹੜਾ ਉਹ ਤਿਆਰ ਕੀਤਾ ਹੈ ਜਿਸ ਦੇ ਵਿੱਚ ਤਕਰੀਬਨ 200 ਡੋਨਰ ਜਿਹੜੇ ਨੇ ਤਿਆਰ ਹੋ ਚੁੱਕੇ ਨੇ ਜਿਹੜਾ ਆਪਣਾ ਪਲਾਜ਼ਮਾ ਮਰੀਜ਼ ਨੂੰ ਦੇਣ ਲਈ ਕਿਸੇ ਵੀ ਸਮਾਂ ਤਿਆਰ ਹੈ। ਇਸ ਲਈ ਹੈਲਪਲਾਈਨ ਨੰਬਰ ਵੀ ਤਿਆਰ ਕੀਤਾ ਗਿਆ। ਪਰਮਨ ਸਿੰਘ ਬੰਟੀ ਰੋਮਾਣਾ ਸਾਡੇ ਨਾਲ ਨੇ, ਗੱਲਬਾਤ ਕਰਨੇ ਆ। ਰੋਮਾਣਾ ਸਾਹਿਬ, ਇੱਕ ਵੱਡਾ ਉਪਰਾਲਾ ਕੀਤਾ ਮਰੀਜ਼ਾਂ ਦੀ ਜਾਨ ਬਚਾਉਣ ਲਈ, ਕਿਉਂਕਿ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਅਗਰ ਕਰੋਨਾ ਹੋ ਜਾਂਦਾ ਹੈ, ਕ੍ਰਿਟੀਕਲ ਕੰਡੀਸ਼ਨ ਹੈ, ਤੇ ਪਲਾਜ਼ਮਾ ਥੈਰੇਪੀ ਜਿਹੜੀ ਹੈ ਉਸ ਰਾਹੀਂ ਉਸ ਨੂੰ ਬਚਾਇਆ ਜਾ ਸਕਦਾ ਹੈ। ਲੇਕਿਨ ਪਲਾਜ਼ਮਾ ਨਹੀਂ ਮਿਲਦਾ ਸੀ ਕਈ ਜਗ੍ਹਾ ਤੇ, ਕਈ ਲੋਕ ਡੋਨੇਟ ਕਰਨ ਨਹੀਂ ਆਉਂਦੇ ਸੀ, ਡਰਦੇ ਸੀ ਇਸ ਮਹਾਮਾਰੀ ਦੀ ਗੰਭੀਰਤਾ ਨੂੰ ਵੇਖਦੇ ਹੋਏ। ਤੇ ਜਿਹੜਾ ਤੁਸੀਂ ਆ ਬੈਂਕ ਤਿਆਰ ਕੀਤਾ ਹੈ, ਕਿਸ ਤਰ੍ਹਾਂ ਕੰਮ ਕਰੇਗਾ ਇਹ ਬੈਂਕ ਔਰ ਜਿਹੜੇ ਡੋਨਰ ਹੈ ਉਹ ਕਿਸ ਤਰ੍ਹਾਂ ਤੁਸੀਂ ਤਿਆਰ ਕਰ ਰਹੇ? ਅੱਜ ਦੇ ਦੌਰ ਦੇ ਵਿੱਚ ਜਿੱਥੇ ਇਸ ਮਹਾਮਾਰੀ ਦੇ ਵਿੱਚ ਮੈਨੂੰ ਇਹ ਕਹਿਣ 'ਚ ਗੁਰੇਜ਼ ਨਹੀਂ ਕਿ ਸਰਕਾਰਾਂ ਆਪਦੀ ਜ਼ਿੰਮੇਵਾਰੀ ਨੂੰ ਅਬੈਂਡਨ ਕਰ ਚੁੱਕੀਆਂ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਸੂਬੇ ਦੀ ਸਰਕਾਰ ਹੋਵੇ। ਕੇਂਦਰ ਦੀ ਸਰਕਾਰ ਦੀ ਪ੍ਰਾਇੋਰਿਟੀ ਅੱਜ ਇਲੈਕਸ਼ਨ ਲੜਨਾ ਹੋਈ ਖੜੀ ਹੈ, ਬੰਗਾਲ ਦੀ ਹੋਵੇ, ਅਸਾਮ ਦੀ ਹੋਵੇ, ਕੇਰਲਾ ਦੀ ਹੋਵੇ, ਜਿੱਥੇ ਵੱਡੀਆਂ ਵੱਡੀਆਂ ਰੈਲੀਆਂ ਕਰਕੇ ਇੱਕ ਕੋਵਿਡ ਦਾ ਸੁਪਰ ਸਪਰੈਡਰ ਬਣਿਆ ਪਿਆ। ਉਹ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਚਾਹੀਦੀ ਸੀ ਕਿ ਬਹਿ ਕੇ ਇਸ ਲੜਾਈ ਦੀ ਅਗਵਾਈ ਕਰਦੇ। ਉੱਥੇ ਹੀ ਸੂਬੇ ਦੇ ਵੀ ਮੁੱਖ ਮੰਤਰੀ ਦੀ ਵੀ ਇਹੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਦੇ ਸੂਬੇ ਦੀ ਅਗਵਾਈ ਕਰਨ। ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਲ ਹੋ ਗਿਆ ਆਪਦੇ ਫਾਰਮ ਹਾਊਸ ਚੋਂ ਨਹੀਂ ਨਿਕਲੇ। ਹੈਲਥ ਮਿਨਿਸਟਰ ਸਾਡਾ ਐਬਸੈਂਟ ਹੈ। ਇੱਕ ਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਨਾ ਤਾਂ ਆਕਸੀਜਨ ਪੂਰੀ ਕੀਤੀ, ਨਾ ਦਵਾਈਆਂ ਪੂਰੀਆਂ ਕੀਤੀਆਂ, ਨਾ ਹਸਪੀਟਲਸ ਦੀ ਅਪਗ੍ਰੇਡੇਸ਼ਨ ਕੀਤੀ, ਨਾ ਬੈੱਡ ਵਧਾਏ। ਅੱਜ ਸਰਕਾਰ ਪੰਜਾਬ ਦੀ ਵੀ ਜੇ ਆਪਦੀਆਂ ਜਿਹੜੀਆਂ ਪ੍ਰਾਇੋਰਟੀਜ਼ ਆਪਾਂ ਦੇਖ ਰਹੇ ਹਾਂ ਉਹ ਕੁਰਸੀ ਦੀ ਜੰਗ ਛਿੜੀ ਪਈ ਹੈ। ਇੱਕ ਦਿਨ ਕੈਪਟਨ ਅਮਰਿੰਦਰ ਸਿੰਘ ਆਪਦੀ ਬਿਆਨ ਦਿੰਦੇ ਆ ਨਵਜੋਤ ਸਿੱਧੂ ਖਿਲਾਫ, ਦੂਜੇ ਪਲਟਵਾਰ ਸਿੱਧੂ ਕਰ ਦਿੰਦਾ, ਫਿਰ ਇਹ ਲੱਗ ਜਾਂਦੇ ਆ। ਇਹ ਕੁਰਸੀ ਦੀ ਲੜਾਈ ਇਹਨਾਂ ਵਾਸਤੇ ਪ੍ਰਾਇੋਰਟੀ ਹੋ ਗਈ ਹੈ ਤੇ ਲੋਕਾਂ ਦੀ ਸਿਹਤ, ਲੋਕਾਂ ਦੀ ਜਾਨ ਕਿਤੇ ਨਾ ਕਿਤੇ ਪਿੱਛੇ ਰਹਿ ਗਈ। ਇਹੋ ਜਿਹੇ ਹਾਲਾਤਾਂ 'ਚ ਅਸੀਂ ਮਹਿਸੂਸ ਕੀਤਾ ਕਿ ਸਾਰਿਆਂ ਨੂੰ ਆਪਦਾ ਯੋਗਦਾਨ ਇਸ ਲੜਾਈ ਦੇ ਵਿੱਚ ਪਾਉਣਾ ਚਾਹੀਦਾ, ਕਿਉਂਕਿ ਤੁਸੀਂ ਦੇਖੋ ਹਰ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਟ੍ਰੈਜਡੀ ਇਸ ਮਸਲੇ ਨੂੰ ਲੈ ਕੇ ਹੋ ਰਹੀ ਹੈ। ਅੱਜ ਹੀ ਆਪਾਂ ਦੇਖੀਏ, ਆਪਣਾ ਵੀ ਪਰਿਵਾਰ ਹੀ ਹੈ ਇੱਕ, ਆਪਾਂ ਰੋਜ਼ ਮਿਲਦੇ ਹਾਂ। ਰੋਹਿਤ ਸਰਦਾਣਾ ਦੀ ਮੈਨੂੰ ਹੁਣੇ ਟ੍ਰੈਜਿਕ ਨਿਊਜ਼ ਮਿਲੀ, ਬੜੀ ਦੁੱਖ ਦੀ ਗੱਲ ਹੈ। ਰੋਜ਼ ਮਿਲਦੇ ਸੀ, ਐਂ ਹਰ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਟ੍ਰੈਜਡੀ ਹੋ ਰਹੀ ਹੈ। ਸੋ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨਸ ਅੱਗੇ ਆ ਰਹੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ, ਇਸੇ ਤਰ੍ਹਾਂ ਯੂਥ ਅਕਾਲੀ ਦਲ ਨੇ, ਸਾਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਪ੍ਰਧਾਨ ਜੀ ਨੇ ਕਿਹਾ, ਮਜੀਠੀਆ ਸਾਹਿਬ ਨੇ ਵੀ ਇਹ ਸਾਨੂੰ ਗਾਈਡ ਕੀਤਾ ਕਿ ਪਲਾਜ਼ਮਾ ਥੈਰੇਪੀ ਦੀ ਇੱਕ ਇਲਾਜ ਹੈ ਇਹਦਾ, ਤੇ ਪਲਾਜ਼ਮਾ ਡੋਨਰਸ ਘੱਟ ਹੁੰਦੇ। ਸੋ ਅਸੀਂ ਆਪਦੇ ਯੂਥ ਅਕਾਲੀ ਦਲ ਦੇ ਜਿਹੜੇ ਵਰਕਰ ਹੈ ਉਹਨਾਂ ਨਾਲ ਗੱਲ ਕੀਤੀ। ਗੱਲ ਕਰਕੇ ਦੇਖਿਆ ਕਿ 200 ਬੰਦਾ ਸਾਡੇ ਕੋਲੇ ਪਹਿਲੇ 2 ਦਿਨਾਂ 'ਚ ਹੀ ਆ ਗਿਆ ਜਿਹੜਾ ਐਲੀਜੀਬਲ ਸੀ ਪਲਾਜ਼ਮਾ ਡੋਨੇਟ ਕਰਨ ਵਾਸਤੇ। ਉਹ 200 ਬੰਦੇ ਦੀ ਅਸੀਂ ਲਿਸਟ ਬਣਾਈ ਵਿਦ देयर ਐਡਰੈਸਿਸ, ਫੋਨ ਨੰਬਰਸ, ਬਲੱਡ ਗਰੁੱਪ। ਸਾਡੇ ਕੋਲੇ ਉਹਨਾਂ 200 ਬੰਦਾ ਡੋਨਰ ਤਿਆਰ ਹੈ। ਅੱਜ ਅਸੀਂ ਯੂਥ ਅਕਾਲੀ ਦਲ ਦਾ ਪਲਾਜ਼ਮਾ ਬੈਂਕ ਇੱਕ ਤਰ੍ਹਾਂ ਦਾ ਲਾਂਚ ਕੀਤਾ, ਜਿਹਦੇ 'ਚ ਜੇ ਕਿਸੇ ਨੂੰ ਪਲਾਜ਼ਮਾ ਦੀ ਲੋੜ ਹੈ ਅਸੀਂ 3 ਟੈਲੀਫੋਨ ਨੰਬਰ ਜਾਰੀ ਕੀਤੇ ਹੈ ਤੇ ਮੇਰੇ ਟਵਿੱਟਰ ਹੈਂਡਲ ਤੇ ਵੀ ਜੇ ਕੋਈ ਟੈਗ ਕਰੂਗਾ ਤਾਂ ਸਾਡੇ ਜਿਹੜੇ ਵਰਕਰ ਹੈ ਪਲਾਜ਼ਮਾ ਡੋਨਰ ਨੂੰ ਲੈ ਕੇ ਜਲਦ ਤੋਂ ਜਲਦ ਉਹਨਾਂ ਤੱਕ ਪਹੁੰਚ ਕਰਨਗੇ। ਐਲੀਜੀਬਿਲਟੀ ਦੀ ਤੁਸੀਂ ਗੱਲ ਕੀਤੀ ਹੈ, ਐਲੀਜੀਬਿਲਟੀ ਕਿਸ ਤਰ੍ਹਾਂ ਸਹੀ ਮਾਇਨੇ ਦੇ ਵਿੱਚ ਪਰਖੀ ਜਾ ਸਕਦੀ ਹੈ ਕਿ ਕੌਣ ਪਲਾਜ਼ਮਾ ਦੇਣ ਲਈ ਐਲੀਜੀਬਲ ਮੰਨਿਆ ਜਾਂਦਾ ਹੈ? ਕਿਉਂਕਿ ਕਿਹਾ ਜਾਂਦਾ ਹੈ ਕਿ ਹੁਣ ਤੇ ਸਿੰਪਟਮ ਹੀ ਨਹੀਂ ਆਉਂਦੇ ਔਰ ਪਤਾ ਹੀ ਨਹੀਂ ਲੱਗਦਾ ਕੌਣ ਪੋਜ਼ਿਟਿਵ ਹੋ ਗਿਆ ਕੌਣ ਨਹੀਂ ਹੋ ਗਿਆ, ਕਿਉਂਕਿ ਜੇਕਰ ਕਿਸੇ ਨੂੰ ਪਤਾ ਹੋਏ ਤਾਂ ਹੀ ਉਹ ਆਪਣੇ ਆਪ ਨੂੰ ਦੱਸ ਸਕਦਾ ਕਿ ਮੈਂ ਪੋਜ਼ਿਟਿਵ ਹੋਇਆ ਸੀ ਔਰ ਮੈਂ ਐਂਟੀਬੋਡੀ ਤਿਆਰ ਹੋ ਗਿਆ ਕਿਉਂਕਿ ਮੇਰਾ ਟ੍ਰੀਟਮੈਂਟ ਚੱਲਿਆ ਸੀ। ਲੇਕਿਨ ਜਿਸ ਨੂੰ ਸਿੰਪਟਮ ਨਹੀਂ ਆਏ, ਕਿਆ ਉਹ ਵੀ ਐਲੀਜੀਬਲ ਹੈ ਇਸ ਮਾਮਲੇ ਦੇ ਵਿੱਚ? ਜੋ ਅਸੀਂ ਪਤਾ ਕੀਤਾ ਉਹਦੇ 'ਚ ਸਿਰਫ ਜਿਹੜਾ ਬੰਦਾ ਕਿਸੇ ਵੇਲੇ ਪੋਜ਼ਿਟਿਵ ਟੈਸਟ ਜ਼ਰੂਰ ਹੋਇਆ ਹੋਵੇ, ਜਿਵੇਂ ਕਈਆਂ ਨੂੰ ਸਿੰਪਟਮਸ ਹੀ ਨਹੀਂ ਆਉਂਦੇ, ਪਤਾ ਹੀ ਨਹੀਂ ਲੱਗਦਾ ਕਦੋਂ ਹੋਇਆ ਕਦੋਂ ਠੀਕ ਹੋ ਗਏ। ਆਈ ਐਮ ਵਨ ਆਫ ਦੈਮ। ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਕਦੋਂ ਹੋਇਆ ਕਦੋਂ ਠੀਕ ਹੋਇਆ। ਮੈਂ ਬਾਅਦ 'ਚ ਕਿਸੇ ਵੇਲੇ ਚੈੱਕ ਕਰਾਈਆਂ, ਐਂਟੀਬੋਡੀਜ਼ ਸੀਗੀਆਂ, ਸੋ ਇਹ ਪਤਾ ਲੱਗਿਆ ਕਿ ਹੋ ਕੇ ਹਟ ਗਿਆ। ਆਈ ਐਮ ਨਾਟ ਐਲੀਜੀਬਲ। ਪੋਜ਼ਿਟਿਵ ਟੈਸਟ ਹੋਣਾ ਬੰਦੇ ਦਾ ਜ਼ਰੂਰੀ ਹੈ। ਹੀ ਸ਼ੁੱਡ ਹੈਵ ਟੈਸਟਡ ਪੋਜ਼ਿਟਿਵ ਟੈਸਟ ਹੋਣ ਤੋਂ ਬਾਅਦ ਇੱਕ ਫਿਕਸਡ ਨੰਬਰ ਆਫ ਡੇਜ਼ ਹੈ ਜਿਸ ਤੋਂ ਬਾਅਦ ਉਹ ਪਲਾਜ਼ਮਾ ਦੇ ਸਕਦੇ। ਸੋ ਇਹ ਐਲੀਜੀਬਿਲਿਟੀ ਕ੍ਰਾਈਟੇਰੀਆ ਜਿਹੜੇ ਸਾਡੇ ਬੰਦੇ ਪੂਰੇ ਕਰਦੇ ਸੀ ਉਹਨਾਂ ਬੰਦਿਆਂ ਦੀ ਅਸੀਂ ਲਿਸਟ ਬਣਾ ਲਈ ਹੈ ਤੇ ਆਉਣ ਵਾਲੇ ਦਿਨਾਂ 'ਚ
ਜਿੱਥੇ ਸਾਡੇ ਹੋਰ ਵੀ ਯੂਥ ਦੇ ਵਰਕਰ ਜੁਆਇਨ ਕਰਨਗੇ ਸਾਡੀ ਪਲਾਜ਼ਮਾ ਡੋਨੇਸ਼ਨ ਡਰਾਈਵ। ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਜੇ ਕੋਈ ਪਲਾਜ਼ਮਾ ਦੇਣਾ ਵੀ ਚਾਹੁੰਦਾ ਸਾਡੇ ਨਾਲ ਸੰਪਰਕ ਕਰੇ। ਮੰਡੀ ਜੀ, ਅਕਾਲੀ ਦਲ ਦੇ ਵੀ ਕਈ ਲੀਡਰ ਜਿਹੜੇ ਨੇ ਪੋਜ਼ਿਟਿਵ ਹੋਏ ਸੀ, ਰਿਕਵਰ ਹੋ ਚੁੱਕੇ, ਐਂਟੀਬਾਡੀ ਵੀ ਬਣ ਚੁੱਕੇ ਆ, ਕਿਆ ਉਹ ਵੀ ਇਸ ਲਿਸਟ ਦੇ ਵਿੱਚ ਸ਼ਾਮਲ ਹੈ? ਐਬਸੋਲੂਟਲੀ। ਸਭ ਤੋਂ ਪਹਿਲਾਂ ਨਾਂ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ। ਹੀ ਟੈਸਟਡ ਪੋਜ਼ਿਟਿਵ। ਉਹਨਾਂ ਨੇ ਹੀ ਮੈਨੂੰ ਸਭ ਤੋਂ ਪਹਿਲਾਂ ਗਾਈਡ ਹੀ ਉਹਨਾਂ ਨੇ ਕੀਤਾ। ਪ੍ਰਧਾਨ ਸਾਹਿਬ ਨੇ ਵੀ ਹੁਕਮ ਕੀਤਾ, ਉਹਨਾਂ ਨੇ ਵੀ ਗਾਈਡ ਕੀਤਾ। He has given, his was the first name in the list. ਬਿਕਰਮ ਸਿੰਘ ਮਜੀਠੀਆ ਤੇ ਬਾਕੀ ਸਾਡੇ ਲੀਡਰ ਹੈ ਜਿਹੜੇ ਪੋਜ਼ਿਟਿਵ ਹੋ ਕੇ, ਕੁਝ ਸਾਡੇ ਐਮਐਲਏ ਸਾਹਿਬਾਨ ਵੀ ਹੈ ਤੇ ਹੁਣ ਅੱਜ ਰਿਕਵਰ ਹੋਏ ਹੈ, they will all donate plasma if anybody needs it. ਇੱਕ ਆਖਰੀ ਸਵਾਲ, ਹੁਣ ਗੱਲ ਉੱਠਣੀ ਸ਼ੁਰੂ ਹੋ ਚੁੱਕੀ ਹੈ ਕਿ ਕੈਪਟਨ ਸਰਕਾਰ ਆਲ ਪਾਰਟੀ ਮੀਟਿੰਗ ਬੁਲਾਏ, ਸਾਰੀ ਪਾਰਟੀਆਂ ਤੋਂ ਵਿਚਾਰ ਵਿਮਰਸ਼ ਕਰੇ, ਕਿਉਂਕਿ ਨਾ ਤੇ ਆਕਸੀਜਨ ਹੈ ਸਾਡੇ ਕੋਲ, ਨਾ ਸਾਡੇ ਕੋਲ ਵੈਕਸੀਨ ਹੈ। ਕਿਹਾ ਜਾ ਰਿਹਾ ਹੈ ਕਿ ਕੇਂਦਰ ਜਿਹੜਾ ਹੈ ਸਾਡੇ ਨਾਲ ਵਿਤਕਰਾ ਕਰਦਾ ਹੋਇਆ ਨਜ਼ਰ ਆ ਰਿਹਾ। ਤੁਹਾਨੂੰ ਲੱਗਦਾ ਹੈ ਸਰਕਾਰ ਇਸ ਮਸਲੇ ਨੂੰ ਲੈ ਕੇ ਵਾਕਿਆ ਸੰਜੀਦਾ ਹੈ ਜਾਂ ਫਿਰ ਕੱਲੀ ਸੁਰਖੀਆਂ ਬਣਾਉਣ ਲਈ ਕੰਮ ਕਰਦੀ ਨਜ਼ਰ ਆ ਰਹੀ ਹੈ? ਦੇਖੋ, ਇਹ ਸੁਰਖੀਆਂ ਬਣਾਈਆਂ ਜਾ ਰਹੀਆਂ। ਇਹਨੂੰ ਆਪਾਂ ਜਿਵੇਂ ਅੰਗਰੇਜ਼ੀ 'ਚ ਕਹਿ ਦਿੰਦੇ, ਇਟਸ ਪਾਸਿੰਗ ਦ ਬਕ। ਜ਼ਿੰਮੇਵਾਰੀ ਦੋਨੋਂ ਸਰਕਾਰਾਂ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀਆਂ। ਜ਼ਿੰਮੇਵਾਰੀ ਕੇਂਦਰ ਦੀ ਸਰਕਾਰ ਦੀ ਵੀ ਹੈ, ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਦੀ ਵੀ ਓਨੀ ਹੈ। ਤੁਸੀਂ ਕੇਂਦਰ ਨੂੰ ਤਾਂ ਕਹਿ ਰਹੇ ਹੋ ਕਿ ਸਾਨੂੰ ਵੈਕਸੀਨ ਨਹੀਂ ਦਿੱਤਾ। ਮੈਂ ਤਾਂ ਸਵਾਲ ਪੁੱਛਦਾ ਕਿ ਪਿਛਲੇ ਸਾਲ ਦੇ ਵਿੱਚ ਕੋਵਿਡ ਦੀ ਲੜਾਈ, ਇੱਕਦਮ ਕੋਵਿਡ ਆਇਆ, ਉਦੋਂ ਪ੍ਰੀਪੇਅਰਡ ਕੋਈ ਨਹੀਂ ਸੀ। ਅੱਜ ਤਾਂ ਸਾਲ ਤੋਂ ਉੱਪਰ ਹੋ ਗਿਆ ਨਾ। ਕੀ ਤਿਆਰੀ ਕੀਤੀ ਪੰਜਾਬ ਸਰਕਾਰ ਨੇ? ਕਿੰਨੇ ਹਸਪੀਟਲ ਅਪਗ੍ਰੇਡ ਕੀਤੇ? ਕਿੰਨੇ ਕੋਵਿਡ ਸਪੈਸ਼ਲਿਟੀ ਵਾਰਡਸ ਬਣਾਏ? ਆਕਸੀਜਨ ਦੀ ਆਗਮੈਂਟੇਸ਼ਨ ਵਾਸਤੇ ਕੀ ਕੀਤਾ? ਦਵਾਈਆਂ ਇਸ ਬਿਮਾਰੀ ਵਾਸਤੇ ਜਿਹੜੀਆਂ ਚਾਹੀਦੀਆਂ ਉਹ ਪੂਰੀਆਂ ਕਰਨ ਵਾਸਤੇ ਕੀ ਕੀਤਾ? ਪੰਜਾਬ ਦੀ ਸਰਕਾਰ ਵੀ ਆਪਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਬਿਲਕੁਲ, ਦੇਖੋ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਕਈ ਵੱਡੇ ਸਵਾਲ ਚੁੱਕੇ ਹਨ ਸਰਕਾਰ ਦੀ ਕਾਰਜਪ੍ਰਣਾਲੀ ਤੇ ਕਿ ਆਖਿਰ ਸਰਕਾਰ ਦੱਸੇ ਕਿ ਪਿਛਲੇ 1 ਸਾਲ ਦੇ ਵਿੱਚ ਉਸਨੇ ਜਿਹੜੀ ਹੈਲਥ ਸੇਵਾਵਾਂ ਉਸ ਨੂੰ ਬਿਹਤਰ ਕਰਨ ਲਈ ਕੀ ਕੁਝ ਕਦਮ ਚੁੱਕੇ ਨੇ। ਔਰ ਯੂਥ ਅਕਾਲੀ ਦਲ ਦੀ ਗੱਲ ਕਰੀਏ, ਇੱਕ ਪਲਾਜ਼ਮਾ ਬੈਂਕ ਜਿਹੜਾ ਸਥਾਪਿਤ ਕਰ ਚੁੱਕਿਆ ਹੈ। ਪਲਾਜ਼ਮਾ ਜਿਹੜੇ ਕੋਵਿਡ ਪੇਸ਼ੈਂਟ ਜਿਹੜੇ ਰਿਕਵਰ ਹੋ ਚੁੱਕੇ ਆ, ਐਂਟੀਬਾਡੀ ਬਣ ਚੁੱਕੇ ਆ ਔਰ ਜਿਨ੍ਹਾਂ ਦੇ ਪਲਾਜ਼ਮਾ ਦੇ ਨਾਲ ਮਰੀਜ਼ ਦਾ ਸਫਲ ਇਲਾਜ ਹੋ ਸਕਦਾ ਹੈ, ਉਹਨਾਂ ਲਈ ਆ ਪਲਾਜ਼ਮਾ ਬੈਂਕ ਜਿਹੜਾ ਉਹ ਤਿਆਰ ਹੋਇਆ। 200 ਡੋਨਰ ਜਿਹੜੇ ਨੇ ਉਹ ਤਿਆਰ ਹੋ ਚੁੱਕੇ ਨੇ ਔਰ ਆ 200 ਡੋਨਰ ਜਿਹੜੇ ਨੇ ਹੁਣ ਸੂਬੇ ਦੇ ਵਿੱਚ ਆਪਣਾ ਪਲਾਜ਼ਮਾ ਡੋਨੇਟ ਕਰਕੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆਉਣਗੇ। ਕੈਮਰਾਮੈਨ ਕਮਲ ਦੇ ਨਾਲ ਫਿਨਿਤ ਕਪੂਰ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।